Hello everyone, welcome to Victor's Knowledge. This is Chinu Sharma. So today I am very happy to share with you all कि जो मैं PPSC Cooperative Inspector Exam ਦਾ ਕੋਰਸ ਕਰਵਾਇਆ ਸੀ, ਨੋਟਸ ਪ੍ਰੋਵਾਈਡ ਕਰਵਾਏ, ਮੌਕ ਟੈਸਟ, ਕੰਪਲੀਮੈਂਟਰੀ PDF, ਸੋ ਉਸ ਮਟੀਰੀਅਲ ਦੇ ਵਿੱਚੋਂ ਡਾਇਰੈਕਟਲੀ 50 ਪਲੱਸ ਕੁਐਸਚਨ ਆਏ ਨੇ ਆਊਟ ਆਫ ਟੋਟਲ 80 GS ਕੁਐਸਚਨ। ਜਦੋਂ ਨਾਇਬ ਤਹਿਸੀਲਦਾਰ ਐਗਜ਼ਾਮ ਹੋਇਆ ਸੀ ਤਾਂ ਉਹਦੇ ਵਿੱਚ ਮੈਂ ਐਨਾਲਿਸਿਸ ਸ਼ੋ ਕੀਤਾ ਸੀ ਸਾਰਾ ਕੁਐਸਚਨ ਕਿ ਕਿਹੜਾ ਕੁਐਸਚਨ ਪੇਪਰ ਚ ਆਇਆ, ਕਿੱਥੋਂ ਆਇਆ, ਨੋਟਸ ਵਿੱਚ ਉਹਦਾ ਆਨਸਰ ਕਿੱਥੇ ਪਿਆ। ਸੋ ਹਰ ਇੱਕ ਚੀਜ਼ ਮੈਂ ਸ਼ੇਅਰ ਕੀਤੀ ਸੀ। ਸੇਮ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ PPSC ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਦਾ ਐਨਾਲਿਸਿਸ ਲੈ ਕੇ ਆਈ ਹਾਂ ਸੋ ਦੈਟ ਜੇ ਕਿਸੇ ਸਟੂਡੈਂਟ ਨੂੰ ਬਾਈ ਚਾਂਸ ਕਿਸੇ ਕੁਐਸਚਨ ਦਾ ਆਨਸਰ ਨਹੀਂ ਮਿਲਦਾ ਤਾਂ ਤੁਸੀਂ ਉਹਨੂੰ ਦੇਖ ਸਕਦੇ ਹੋ। ਸੋ ਟੋਟਲ ਜੇ ਆਪਾਂ ਗੱਲ ਕਰੀਏ ਤਾਂ ਪੇਡ ਕੋਰਸ ਦੇ ਵਿੱਚ ਵੀਡੀਓ ਲੈਕਚਰ ਸੀ, ਨੋਟਸ ਸੀ, ਮੌਕ ਟੈਸਟ ਸੀ, ਕੰਪਲੀਮੈਂਟਰੀ PDFs ਜੋ ਮੈਂ टाइम टू टाइम पेड ग्रुप ਦੇ ਵਿੱਚ ਸ਼ੇਅਰ ਕਰਦੀ ਰਹਿੰਦੀ ਸੀ ਸਟੂਡੈਂਟਸ ਦੇ ਨਾਲ। ਸੋ ਉਹ ਸਭ ਕੁਝ ਮਿਲਾ ਕੇ ਇਨਕਲੂਡਿੰਗ YouTube ਸਪੈਸ਼ਲ PPSC ਫੋਕਸ ਲੈਕਚਰ ਆਊਟ ਆਫ 80 GS ਕੁਐਸਚਨਸ 50 ਪਲੱਸ ਕੁਐਸਚਨ ਐਗਜ਼ਾਮ ਚ ਆਏ ਨੇ। ਸੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿੱਥੋਂ ਕਿਹੜਾ ਕੁਐਸਚਨ ਆਇਆ ਹੈ। ਸੋ ਜਿਹੜੇ ਕੁਐਸਚਨ ਨੰਬਰਸ ਨੇ ਇਹ ਅਲੱਗ-ਅਲੱਗ ਸੈਟਸ ਤੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਜਿਹੜਾ ਲੈਕਚਰ ਨੰਬਰ 5 ਸੀ ਪੇਡ ਕੋਰਸ ਦਾ, ਜਿਹਦੇ ਵਿੱਚ ਮੈਂ ਗ੍ਰੀਨ ਹਾਊਸ ਇਫੈਕਟ, ਗਲੋਬਲ ਵਾਰਮਿੰਗ ਤੇ ਕੁਝ ਇੰਪੋਰਟੈਂਟ ਇਨਵਾਇਰਨਮੈਂਟਲ ਕਨਵੈਨਸ਼ਨ ਤੇ ਪ੍ਰੋਟੋਕਾਲ ਕਰਵਾਈਆਂ ਸੀ। ਸੋ ਉਹਦੇ ਵਿੱਚੋਂ ਫਰਸਟ ਤੇ 73rd ਕੁਐਸਚਨ ਡਾਇਰੈਕਟਲੀ ਆਇਆ ਗ੍ਰੀਨ ਹਾਊਸ ਗੈਸ ਨਾਲ ਰਿਲੇਟਡ ਸਟੇਟਮੈਂਟ ਬੇਸਡ, ਤੇ ਦੂਜਾ ਸੀਗਾ ਓਜ਼ੋਨ ਲੇਅਰ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਹੜੀ ਇੰਟਰਨੈਸ਼ਨਲ ਕਨਵੈਨਸ਼ਨ ਹੈ। ਉਸ ਤੋਂ ਬਾਅਦ ਜੋ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ, ਕਿਉਂਕਿ ਇਹ ਜਿਹੜਾ ਟੌਪਿਕ ਹੈ ਕਾਫੀ ਸਾਰੇ ਸਟੂਡੈਂਟਸ ਨੇ ਕਿਹਾ ਕਿ ਮੈਮ ਤੁਸੀਂ ਕਿਉਂ ਕਰਵਾ ਰਹੇ ਹੋ ਟੌਪਿਕ, ਇਹ ਤਾਂ ਕਾਫੀ ਰੈਂਡਮ ਜਿਹਾ ਟੌਪਿਕ ਹੈ, ਕਦੇ ਨਹੀਂ ਆਉਂਦਾ। ਬਟ ਸਸਟੇਨੇਬਲ ਡਿਵੈਲਪਮੈਂਟ ਗੋਲਸ ਇਕੋਨਮੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਸੋ ਇਸੇ ਲਈ ਇਹਨੂੰ ਮੈਂ ਪੇਡ ਕੋਰਸ ਦੇ ਵਿੱਚ ਸਪੈਸ਼ਲੀ ਅਲੱਗ ਤੋਂ ਇੱਕ ਪੂਰਾ ਦਾ ਪੂਰਾ ਲੈਕਚਰ ਦੇ ਤੌਰ ਤੇ ਐਡ ਕੀਤਾ। ਸੋ ਲੈਕਚਰ ਨੰਬਰ 8 ਸੀ ਜਿਹੜਾ ਇਕੋਨਮੀ ਦਾ ਸਸਟੇਨੇਬਲ ਡਿਵੈਲਪਮੈਂਟ ਗੋਲਸ ਦਾ। ਸੋ ਉਹਦੇ ਵਿੱਚੋਂ ਦੋ ਕੁਐਸਚਨ ਆਏ, ਇੱਕ ਤਾਂ ਆਇਆ ਡਾਇਰੈਕਟਲੀ ਮੀਨਿੰਗ ਉੱਤੇ, ਦੂਜਾ ਕੁਐਸਚਨ ਆਇਆ ਗੋਲ ਨੰਬਰ ਉੱਤੇ। ਸੋ ਗੋਲ ਨੰਬਰ ਜੇ ਤੁਹਾਨੂੰ ਯਾਦ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਅਲੱਗ-ਅਲੱਗ ਜਿੰਨੇ ਵੀ ਗੋਲਸ ਨੇ ਸਾਰੇ ਡੀਟੇਲਸ ਪ੍ਰੋਵਾਈਡ ਕਰਵਾਏ ਸੀ। ਸੋ ਗੋਲ ਨੰਬਰ 11 ਉੱਤੇ ਕੁਐਸਚਨ ਆਇਆ ਸੀ ਸਿਟੀਜ਼ ਤੇ ਕਮਿਊਨਿਟੀਜ਼ ਨਾਲ ਰਿਲੇਟਡ। ਸੋ ਜਿਹੜੇ ਤਾਂ ਸਟੂਡੈਂਟਸ ਨੇ ਮੇਰੀ ਐਡਵਾਈਸ ਨੂੰ ਨਾਲ ਦੀ ਨਾਲ ਫੋਲੋ ਕੀਤਾ ਹੋਊਗਾ ਉਹਨਾਂ ਦੇ ਇਹ ਸਾਰੇ ਕੁਐਸਚਨ ਠੀਕ ਰਹੇ ਹੋਣਗੇ। ਬਾਕੀ ਕਾਫੀ ਵਾਰੀ ਮੈਂ ਇਹ ਵੀ ਦੇਖਿਆ ਕਿ ਚਾਹੇ ਮੈਂ ਕਿੰਨਾ ਮਰਜ਼ੀ ਕਹੀ ਜਾਵਾਂ ਕਿ ਇਹ ਇੰਪੋਰਟੈਂਟ ਹੈ, ਇਹਨੂੰ ਸਟਾਰ ਮਾਰਕ ਕਰ ਲਓ, ਕੁਝ ਸਟੂਡੈਂਟਸ ਦਾ ਕੀ ਹੁੰਦਾ ਹੈ ਕਿ ਉਹ ਇੱਕ ਸੋਰਸ ਦੇ ਉੱਤੇ ਰਿਲਾਈ ਨਹੀਂ ਕਰਦੇ। ਸੋ ਉਰੇ ਹੀ ਤੁਸੀਂ ਸਭ ਤੋਂ ਜ਼ਿਆਦਾ ਮਾਰ ਖਾਂਦੇ ਹੋ। ਮੈਂ ਇਹ ਨਹੀਂ ਕਹਿ ਰਹੀ ਕਿ ਮੇਰੇ ਹੀ ਨੋਟਸ ਤੁਸੀਂ ਚੂਜ਼ ਕਰੋ ਜਾਂ ਮੇਰਾ ਹੀ ਕੋਰਸ ਬਾਏ ਕਰੋ। ਤੁਸੀਂ ਜਿਹੜੇ ਵੀ ਕੋਚਿੰਗ ਇੰਸਟੀਚਿਊਟ ਨੂੰ ਫੋਲੋ ਕਰ ਰਹੇ ਹੋ, ਮੈਂ ਹਮੇਸ਼ਾ ਕਹਿੰਦੀ ਹਾਂ ਇੱਕ ਰਿਲਾਇਬਲ ਕੋਚਿੰਗ ਇੰਸਟੀਚਿਊਟ ਦੇ ਨੋਟਸ ਕੋਰਸ ਨੂੰ ਬਾਏ ਕਰੋ। ਬਾਕੀ ਤੁਸੀਂ ਮੌਕ ਟੈਸਟ ਚਾਹੁੰਦੇ ਹੋ ਤਾਂ ਉਹ ਤੁਸੀਂ ਅਲੱਗ-ਅਲੱਗ ਇੰਸਟੀਚਿਊਟਸ ਦੇ ਲੈ ਸਕਦੇ ਹੋ, ਕਿਉਂਕਿ ਮੌਕ ਟੈਸਟ ਸਿਰਫ ਤੁਹਾਡੀ ਪ੍ਰੈਕਟਿਸ ਦੇ ਲਈ ਹੁੰਦੇ ਨੇ। ਮੇਨ ਐਗਜ਼ਾਮ ਤੁਹਾਡਾ ਤਾਂ ਕਲੀਅਰ ਹੁੰਦਾ ਹੈ ਜੇ ਤੁਸੀਂ ਰਿਵੀਜ਼ਨ ਚੰਗੀ ਤਰ੍ਹਾਂ ਕਰਦੇ ਹੋ। ਸੋ ਇਹ ਨਹੀਂ ਕਿ ਤੁਸੀਂ ਪੇਪਰ ਆ ਗਿਆ ਉਦੋਂ 5 ਦਿਨ ਪਹਿਲਾਂ, ਹਫਤਾ ਪਹਿਲਾਂ ਕੋਰਸ ਖਰੀਦ ਲਿਆ। ਸੋ ਉਹਦੇ ਨਾਲ ਤੁਹਾਡਾ ਕਦੇ ਵੀ ਪਰਪਸ ਸੋਲਵ ਨਹੀਂ ਹੋ ਸਕਦਾ। ਘੱਟੋ ਘੱਟ ਪੇਪਰ ਤੋਂ ਇੱਕ ਹਫਤਾ ਪਹਿਲਾਂ ਆਪਣੀ ਰਿਵੀਜ਼ਨ ਦੇ ਲਈ ਟਾਈਮ ਛੱਡਿਆ ਕਰੋ। ਉਸ ਤੋਂ ਬਾਅਦ ਹੁਣ ਆਪਾਂ ਅੱਗੇ ਦੇਖਦੇ ਹਾਂ। ਸਾਇੰਸ ਦੇ ਕੁਐਸਚਨਸ ਆਏ ਸੀ डायरेक्टली एनर्जी फूड्स ਨਾਲ ਰਿਲੇਟਡ। ਸੋ ਇਹ ਸਾਰੇ ਪੇਡ ਕੋਰਸ ਦੇ ਲੈਕਚਰ ਨੇ। ਬਾਇਓਲੋਜੀ ਦਾ ਇੱਕ ਅਲੱਗ ਤੋਂ ਡੀਟੇਲਡ ਪੂਰਾ ਦਾ ਪੂਰਾ ਮੈਂ ਲੈਕਚਰ ਕਰਵਾਇਆ ਸੀ। ਹੁਣ ਸਲਾਈਵਰੀ ਅਮਾਈਲੇਜ਼ ਹੈ, ਇਹਦੇ ਉੱਤੇ ਡਾਇਰੈਕਟ ਕੁਐਸਚਨ ਆ ਗਿਆ। ਸੋ ਇਹ ਸਾਰਾ ਕੁਝ ਮੈਂ ਆਲਰੇਡੀ ਪੇਡ ਕੋਰਸ ਜਿਹੜੇ ਵੀਡੀਓ ਲੈਕਚਰਸ ਨੇ ਉਹਨਾਂ ਵਿੱਚ ਕਵਰ ਕਰਵਾਇਆ ਹੋਇਆ ਸੀ। ਉਸ ਤੋਂ ਬਾਅਦ ਕ੍ਰੌਪ ਜੀਨੋਮ ਸੀਕੁਐਂਸਿੰਗ। ਹੁਣ ਦੋ ਕ੍ਰੌਪਸ ਨੇ, ਇੱਕ ਰਾਈਸ ਇੱਕ ਕਾਟਨ। ਪੇਪਰ ਦੇ ਵਿੱਚ ਆਪਸ਼ਨ ਦੇ ਵਿੱਚ ਕਾਟਨ ਨਹੀਂ ਸੀ, ਸੋ ਫਰਸਟ ਉੱਥੇ ਤੁਸੀਂ ਆਪਸ਼ਨ ਕਰਨੀ ਸੀ ਰਾਈਸ। ਸੋ ਜਿਹੜਾ ਜੈਨੇਟਿਕ ਮੋਡੀਫਿਕੇਸ਼ਨ ਪਲਾਂਟਸ, GM ਕ੍ਰੌਪਸ ਹੋ ਗਈ ਜਾਂ ਫਿਰ ਜੀਨ ਨਾਲ ਰਿਲੇਟਡ ਜੀਨ ਸੀਕੁਐਂਸਿੰਗ ਕੀ ਹੁੰਦੀ ਹੈ, ਇੱਕ ਟੈਕਨੋਲੋਜੀ ਅਲੱਗ ਤੋਂ ਮੈਂ ਤੁਹਾਨੂੰ ਡੀਟੇਲ ਵਿੱਚ ਜਿਹੜੇ ਸਾਇੰਸ ਐਂਡ ਟੈਕਨੋਲੋਜੀ ਦੇ ਨੋਟਸ ਨੇ ਉਹਨਾਂ ਵਿੱਚ ਪ੍ਰੋਵਾਈਡ ਕਰਵਾਏ ਸੀ। ਸੋ ਇਹ ਸਾਰਾ ਮਟੀਰੀਅਲ ਨੋਟਸ ਦੇ ਵਿੱਚ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਇਆ ਸੀ। ਇੱਕ ਕਰੰਟ ਬੇਸਡ ਇਸ਼ੂਜ਼ ਦੇ ਹੈਡ ਦੇ ਅੰਦਰ ਹੈ। ਉਸ ਤੋਂ ਬਾਅਦ ਜੋ ਕੁਐਸਚਨ ਦੇਖ ਕੇ ਅਗੇਨ ਮੈਨੂੰ ਬਹੁਤ ਖੁਸ਼ੀ ਹੋਈ ਉਹ ਸੀ ਸਟੈਟਿਕ ਜੀਕੇ ਦੇ ਨੋਟਸ ਵਿੱਚੋਂ। ਸੋ ਸਟੈਟਿਕ ਜੀਕੇ ਦੇ ਜੇ ਕਿਸੇ ਸਟੂਡੈਂਟਸ ਨੇ ਨੋਟਸ ਚੰਗੀ ਤਰ੍ਹਾਂ ਫੋਲੋ ਕੀਤੇ ਹੋਣਗੇ ਤਾਂ ਤੁਹਾਡਾ ਇਹ ਕੁਐਸਚਨ ਡੈਫੀਨੇਟਲੀ ਠੀਕ ਹੋਇਆ ਹੋਊਗਾ। ਪੇਪਰ ਦੇ ਵਿੱਚ ਸਿੱਧਾ ਅਲੱਗ-ਅਲੱਗ ਮਿਸਾਈਲਸ ਦੀ ਸਪੈਸੀਫਿਕੇਸ਼ਨ ਉੱਤੇ ਕੁਐਸਚਨ ਆਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਨੋਟਸ ਚੋਂ ਹੀ ਮੈਂ ਐਜ਼ ਇਟ ਇਜ਼ ਸਕਰੀਨਸ਼ਾਟ ਲਏ ਨੇ। ਸੋ ਮੈਂ ਅਲੱਗ ਤੋਂ ਪੂਰੇ ਦੇ ਪੂਰੀਆਂ ਟਾਈਪਸ ਆਫ ਇੰਡੀਅਨ ਮਿਸਾਈਲਸ
ਤੇ ਇਹ ਉਹਨਾਂ ਦੀ ਸਾਰੀਆਂ ਸਪੈਸੀਫਿਕੇਸ਼ਨ ਸਭ ਕੁਝ ਨੋਟਸ ਵਿੱਚ ਪ੍ਰੋਵਾਈਡ ਕਰਵਾਇਆ ਸੀ। ਸੋ ਪ੍ਰਿਥਵੀ, ਤ੍ਰਿਸ਼ੂਲ, ਅਗਨੀ ਕਿਸ ਟਾਈਪ ਦੀ ਹੈ, ਸਰਫੇਸ ਟੂ 에ਅਰ ਹੈ, 에ਅਰ ਟੂ 에ਅਰ ਹੈ, ਹਰ ਚੀਜ਼ ਤੁਹਾਨੂੰ ਨੋਟਸ ਵਿੱਚ ਮਿਲੀ ਹੋਈ ਸੀ। ਉਸ ਤੋਂ ਬਾਅਦ ਵੈਸਟਰਨ ਘਾਟਸ ਨੂੰ ਹੋਰ ਕੀ ਕਿਹਾ ਜਾਂਦਾ ਹੈ, ਸਯਦਰੀਜ਼, ਇਹਦੇ ਬਾਰੇ ਕੁਐਸਚਨ ਆਇਆ। ਸੋ ਜੀਓਗ੍ਰਾਫੀ ਦੇ ਜਿਹੜੇ ਨੋਟਸ ਸੀ ਉਹਨਾਂ ਦੇ ਵਿੱਚੋਂ ਡਾਇਰੈਕਟਲੀ ਕੁਐਸਚਨ ਆਏ ਐਲ ਨੀਨੋ, ਲਾ ਨੀਨਾ ਬਾਰੇ। ਦੈਨ ਮਾਹੀ ਰਿਵਰ। ਸੋ ਸਾਬਰਮਤੀ ਤੇ ਮਾਹੀ ਦੋ ਗੁਜਰਾਤ ਦੀਆਂ ਫੇਮਸ ਰਿਵਰ ਨੇ। ਮਾਹੀ ਰਿਵਰ ਕ੍ਰਾਸ ਕਰਦੀ ਹੈ ਟ੍ਰੋਪਿਕ ਆਫ ਕੈਂਸਰ ਨੂੰ 2 ਵਾਰੀ। ਸੋ ਇਸੇ ਟਾਈਪ ਦੀ ਸਟੇਟਮੈਂਟ ਟ੍ਰੋਪਿਕ ਆਫ ਕੈਂਸਰ ਦੇ ਨਾਲ ਰਿਲੇਟਡ ਤੁਹਾਨੂੰ ਪੇਪਰ ਦੇਖਣ ਨੂੰ ਮਿਲੀ ਹੋਊਗੀ। ਸੋ ਇਹ ਵੀ ਆਲਰੇਡੀ ਜੀਓਗ੍ਰਾਫੀ ਦੇ ਨੋਟਸ ਵਿੱਚ ਕਵਰਡ ਹੈ। ਦੈਨ ਕੈਸ਼ ਰਿਜ਼ਰਵ ਰੇਸ਼ੋ, ਜਿਹੜਾ ਮੈਂ ਬਾਰ-ਬਾਰ ਜਿੰਨੀ ਵਾਰੀ ਮੈਂ ਤੁਹਾਨੂੰ ਮਨੀ ਬੈਂਕਿੰਗ ਦਾ ਟੌਪਿਕ ਕਰਵਾਉਣੀ ਆ, ਕ੍ਰੈਡਿਟ ਕ੍ਰੀਏਸ਼ਨ ਦਾ, ਮੈਂ ਹਰ ਵਾਰੀ ਸਟੂਡੈਂਟਸ ਨੂੰ ਕਹਿੰਦੀ ਆ ਕਿ CRR, SLR ਇਹ ਕੁਝ ਇਹੋ ਜਿਹੇ ਟੌਪਿਕ ਨੇ ਜਿਹੜੇ ਤੁਹਾਨੂੰ ਹਰ ਪੇਪਰ 'ਚ ਦੇਖਣ ਨੂੰ ਮਿਲਣਗੇ। ਸੋ ਇਹਨਾਂ ਦੀ ਪੂਰੀ ਡੀਟੇਲ ਨੋਟਸ ਦੇ ਵਿੱਚ ਪ੍ਰੋਵਾਈਡਡ ਸੀ। ਦੀਵਾਨ ਕੋਈ ਕਿਹੜਾ ਡਿਪਾਰਟਮੈਂਟ ਹੈ, ਇਹਦੇ ਬਾਰੇ ਕੁਐਸਚਨ ਆਇਆ ਸੀ ਪੇਪਰ 'ਚ। ਸੋ ਇਹ ਡਾਇਰੈਕਟਲੀ MCQs ਦੇ ਵਿੱਚ ਤੁਹਾਨੂੰ ਮਿਲ ਜਾਣਾ ਸੀ। ਜਿਹੜੇ ਕੋਆਪਰੇਟਿਵ ਇੰਸਪੈਕਟਰ ਦੇ ਕੋਰਸ ਦੇ ਵਿੱਚ ਮੈਂ ਤੁਹਾਨੂੰ ਇੱਕ ਅਲੱਗ ਤੋਂ ਐਂਸ਼ੀਅੰਟ ਮੀਡੀਵਲ ਦੇ MCQ ਦੀ PDF ਦਿੱਤੀ ਹੋਈ ਸੀ। ਸੋ ਡਾਇਰੈਕਟਲੀ ਇਹ ਕੁਐਸਚਨ ਉੱਥੋਂ ਆਇਆ। ਉਸ ਤੋਂ ਬਾਅਦ ਫਾਸਟਰ ਸੌਫਟਵੇਅਰ, ਇਹਦੇ ਬਾਰੇ ਕੁਐਸਚਨ ਆਇਆ। ਸੋ ਇਹਦਾ ਆਨਸਰ ਸੀ ਸੁਪਰੀਮ ਕੋਰਟ। ਡਿਜੀਟਲ ਪਲੇਟਫਾਰਮ, ਇਹ ਸਾਰੇ ਮੇਰੇ ਜਿਹੜੇ ਡੀਟੇਲਡ ਕਰੰਟ ਅਫੇਅਰ ਦੇ ਨੋਟਸ ਨੇ ਉਹਨਾਂ ਦੇ ਸਕਰੀਨਸ਼ਾਟਸ ਨੇ। ਸੋ ਉਹਨਾਂ ਦੇ ਵਿੱਚੋਂ ਡਾਇਰੈਕਟਲੀ ਕੁਐਸਚਨਸ ਆਏ ਨੇ। ਪਸ਼ਚਿਮ ਲਹਿਰ ਬਾਰੇ ਕੁਐਸਚਨ ਆਇਆ ਕਿ 4 ਜਿਹੜੀਆਂ ਇੰਪੋਰਟੈਂਟ ਆਪਣੀਆਂ ਇੰਡੀਅਨ ਨੇਵੀ ਹੋ ਗਈ, ਦੈਨ ਆਪਣੇ ਕੋਸਟ ਗਾਰਡ ਹੋ ਗਈ, ਇੰਡੀਅਨ ਆਰਮੀ, IAF, ਇਹਨਾਂ 4 ਸਰਵਿਸਿਜ਼ ਦੀ ਜਿਹੜੀ ਇੰਪੋਰਟੈਂਟ ਇੱਕ ਐਕਸਰਸਾਈਜ਼ ਕਰਵਾਈ ਗਈ ਹੈ 2022 ਦੀ, XPL 2022, ਇਹਦਾ ਨਾਮ ਕੀ ਸੀ? ਸੋ ਪਸ਼ਚਿਮ ਲਹਿਰ। ਉਸ ਤੋਂ ਬਾਅਦ ਕ੍ਰਿਪਟੋ ਕਰੰਸੀ ਇੰਡੈਕਸ IC15, ਇਹਦੇ ਬਾਰੇ, ਕ੍ਰਿਪਟੋ ਵਾਇਰ ਬਾਰੇ। ਸੋ ਸਾਰੇ ਦੇ ਸਾਰੇ ਇੰਪੋਰਟੈਂਟ ਟੌਪਿਕਸ ਨੋਟਸ ਦੇ ਵਿੱਚ। ਨੈਕਸਟ ਆਇਆ ਹੋਇਆ ਡਾਇਰੈਕਟਲੀ ਕਰੰਟ ਅਫੇਅਰ ਦੇ ਨੋਟਸ 'ਚ MCQ। ਹੁਣ ਮੈਂ ਤੁਹਾਨੂੰ 2 ਤਰ੍ਹਾਂ ਦੇ ਕਰੰਟ ਅਫੇਅਰ ਪ੍ਰੋਵਾਈਡ ਕਰਵਾਉਣੀ ਆ। ਇੱਕ ਹੁੰਦੇ ਨੇ ਐਵੇਂ ਦੇ ਜਿਹੜੇ ਡੀਟੇਲ, ਦੂਜੇ ਨੇ ਇਸ ਟਾਈਪ ਦੇ MCQ। ਕੋਈ ਵੀ ਕੋਰਸ ਹੈ, ਚਾਹੇ ਤੁਸੀਂ ਇਕੱਲੇ ਕਰੰਟ ਅਫੇਅਰ ਵੀ ਖਰੀਦੋ, ਤੁਹਾਨੂੰ PDF ਦੋਨਾਂ ਦੀ ਮਿਲਦੀ ਹੈ। ਇਹਦੇ ਪਿੱਛੇ ਕੁਝ ਪਰਪਸ ਹੁੰਦਾ। ਕਈ ਵਾਰੀ ਕੀ ਹੈ, ਸਟੂਡੈਂਟਸ ਕਹਿੰਦੇ ਨੇ ਕਿ ਅਸੀਂ MCQ ਇਕੱਲੇ ਕਰਕੇ ਜਾਈਏ। ਮੈਂ ਬਾਰ-ਬਾਰ ਇੱਕ ਚੀਜ਼ ਉੱਤੇ ਸਟ੍ਰੈਸ ਦਿੰਨੀ ਆ ਕਿ ਤੁਸੀਂ ਕਦੇ ਵੀ ਇਕੱਲੇ MCQ ਨਹੀਂ ਕਰਕੇ ਜਾਣੇ, ਨਾ ਇਕੱਲੇ ਡੀਟੇਲ। ਸੋ ਜੇ ਮੈਂ ਤੁਹਾਨੂੰ ਕੋਈ 2 ਤਰੀਕੇ ਦੀਆਂ ਕੰਪਾਈਲੇਸ਼ਨ ਪ੍ਰੋਵਾਈਡ ਕਰਵਾਉਣੀ ਆ ਤੇ ਸਪੈਸ਼ਲੀ ਤੁਹਾਨੂੰ ਸੁਜੈਸਟ ਕਰਦੀ ਆ ਕਿ ਤੁਸੀਂ ਦੋਨਾਂ ਨੂੰ ਹੀ ਕਰਕੇ ਜਾਣਾ, ਤਾਂ ਉਹਦੇ ਪਿੱਛੇ ਕੁਝ ਪਰਪਸ ਹੁੰਦਾ। ਜੇ ਤੁਸੀਂ ਮੈਰਿਟ ਵਿੱਚ ਆਉਣਾ ਚਾਹੁੰਦੇ ਹੋ ਤਾਂ ਜੋ ਇੱਕ ਤੁਹਾਨੂੰ ਕੋਈ ਗਾਈਡ, ਤੁਹਾਡਾ ਟੀਚਰ ਕੁਝ ਸਪੈਸੀਫਿਕ ਸੁਜੈਸ਼ਨ ਦਿੰਦਾ, ਉਹਨੂੰ ਜ਼ਰੂਰ ਫੋਲੋ ਕਰਿਆ ਕਰੋ। ਸੋ ਉਸ ਤੋਂ ਬਾਅਦ ਹੈ ISRO ਮਿਸ਼ਨ ਟੂ ਵੀਨਸ। ਸੋ ਇਹਦੇ ਬਾਰੇ ਡਾਇਰੈਕਟਲੀ ਪਲੈਨਟ ਬਾਰੇ ਕੁਐਸਚਨ ਆਇਆ ਸੀ। ਡੇਵਿਸ ਕੱਪ ਬਾਰੇ ਡੀਟੇਲਡ ਸਟੇਟਮੈਂਟ ਬੇਸਡ ਕੁਐਸਚਨ ਆਇਆ। ਹੁਣ ਜਿਹੜੇ ਸਟੂਡੈਂਟ ਨੇ ਇਹ ਸਾਰੇ ਡੀਟੇਲਡ ਕਰੰਟ ਅਫੇਅਰ ਕੀਤੇ ਹੋਣਗੇ, ਉਹਨੂੰ ਕਿਸੇ ਵੀ ਸਟੇਟਮੈਂਟ ਦੇ ਵਿੱਚ ਕਨਫਿਊਜ਼ਨ ਤੱਕ ਨਹੀਂ ਹੋਇਆ ਹੋਣਾ। ਉਸ ਤੋਂ ਬਾਅਦ ਹੈ ਜਨਪਿਤ, ਇਹਦੇ ਵਿੱਚੋਂ ਵੀ ਸਟੇਟਮੈਂਟ ਬੇਸਡ ਕੁਐਸਚਨ ਆਇਆ ਸੀ। ਹੁਣ ਡੀਟੇਲਡ ਕਰੰਟ ਅਫੇਅਰ ਮੈਂ ਮੋਸਟਲੀ ਉਹੀ ਪ੍ਰੋਵਾਈਡ ਕਰਵਾਉਣੀ ਆ ਜਿੰਨਾ ਚੋਂ ਮੈਨੂੰ ਇੱਕ ਪਹਿਲਾਂ ਹੀ ਆਈਡੀਆ ਹੁੰਦਾ ਕਿ ਤੁਹਾਨੂੰ ਉੱਥੇ ਡੀਟੇਲਡ ਸਟੇਟਮੈਂਟ ਬੇਸਡ ਕੁਐਸਚਨ ਆ ਸਕਦੇ ਨੇ। ਸੋ ਉਸ ਤੋਂ ਬਾਅਦ ਇਸ ਟਾਈਪ ਦਾ ਕੁਐਸਚਨ ਆਇਆ ਹੋਇਆ G20 ਸਮਿਟ 2023 ਕਿੱਥੇ ਹੋ ਰਿਹਾ। ਦੈਨ ਲਾਲਾ ਲਾਜਪਤ ਰਾਏ ਬਾਰੇ। ਸੋ ਜੋ ਇੱਕ ਮੈਂ ਤੁਹਾਨੂੰ ਮੇਗਾ ਇੰਡੀਅਨ ਹਿਸਟਰੀ ਦੀ PDF ਪ੍ਰੋਵਾਈਡ ਕਰਵਾਈ ਸੀ, ਗਰੁੱਪ ਵਿੱਚ ਵੀ ਐਡ ਕੀਤੀ ਸੀ। ਸੋ ਉਹਦੇ ਵਿੱਚੋਂ ਕਾਫੀ ਸਾਰੇ ਕੁਐਸਚਨ ਆਏ ਨੇ ਹਿਸਟਰੀ ਦੇ। ਦੈਨ ਕਿਸਾਨ ਸਾਰਥੀ ਬਾਰੇ ਕੁਐਸਚਨ ਆਇਆ ਹੋਇਆ, ਬੈਟਲ ਆਫ ਪਲਾਸੇ ਬਾਰੇ। ਸੋ ਇਹ ਸਾਰੇ ਮੇਰੇ ਨੋਟਸ ਦੇ ਵਿੱਚੋਂ ਮੈਂ ਸਕਰੀਨ ਕੈਪਚਰ ਕੀਤੇ ਹੋਏ ਨੇ। ਬਲੂ ਵਾਟਰ ਪਾਲਿਸੀ ਡਾਇਰੈਕਟਲੀ ਨੋਟਸ 'ਚ ਹੈ। ਸੋ ਨੋਟਸ ਤੇ ਬਿਲਕੁਲ ਜਿਹੜੀ ਐਂਡ ਵਾਲੀਆਂ ਮੈਂ ਕੁਝ ਐਡੀਸ਼ਨਲ ਪੁਆਇੰਟਰ ਦੀ ਫਾਰਮ ਵਿੱਚ ਚੀਜ਼ਾਂ ਐਡ ਕੀਤੀਆਂ ਸੀ, ਇਹ ਉੱਥੋਂ ਆਇਆ ਕੁਐਸਚਨ। ਉਸ ਤੋਂ ਬਾਅਦ ਜਹਾਂਗੀਰ ਕਿਹਦੀ ਕੋਰਟ ਦੇ ਵਿੱਚ ਗਏ ਸੀ? ਈਸਟ ਇੰਡੀਆ ਕੰਪਨੀ ਵਾਲੇ ਫਰਮਾਨ ਲੈ ਕੇ। ਸਾਂਥਸ ਬਾਰੇ ਕੁਐਸਚਨ ਆਇਆ ਸੀ, ਉਹਨਾਂ ਦੇ ਕ੍ਰੋਨੋਲੋਜੀ ਟਾਈਮਲਾਈਨ ਪੁੱਛੀ ਹੋਈ ਸੀ ਅਲੱਗ-ਅਲੱਗ ਰਿਵੋਲਟਸ ਦੀ। ਸੋ ਈਅਰਸ ਮੈਂਸ਼ਨ ਨੇ। ਜਤਿਨ ਦਾਸ ਬਾਰੇ ਕੁਐਸਚਨ ਆਇਆ ਸੀ। ਸਾਈਮਨ ਕਮਿਸ਼ਨ ਹੋ ਗਿਆ। ਅਲੱਗ-ਅਲੱਗ ਕ੍ਰੋਨੋਲੋਜੀ ਵਾਲੇ ਕੁਐਸਚਨ ਤਾਂ ਤੁਹਾਡੇ ਬਿਲਕੁਲ ਗਲਤ ਨਹੀਂ ਹੋਣੇ ਚਾਹੀਦੇ, ਕਿਉਂਕਿ ਜਿਹੜੇ ਸਟੂਡੈਂਟਸ ਨੇ ਵੀਡੀਓ ਕੋਰਸ ਦੇਖੇ ਨੇ ਮਾਡਰਨ ਇੰਡੀਆ ਹਿਸਟਰੀ ਦੇ, ਉਹਨਾਂ ਦੇ ਇੱਕ ਸਟੋਰੀ ਦੀ ਤਰ੍ਹਾਂ ਸਾਰੀ ਦੀ ਸਾਰੀ ਹਿਸਟਰੀ ਟਿਪਸ ਤੇ ਹੋਣੀ ਚਾਹੀਦੀ ਹੈ। ਬਹੁਤ ਹੀ ਡੀਟੇਲ ਤੇ ਆਸਾਨ ਲੈਂਗੁਏਜ ਦੇ ਵਿੱਚ ਮੈਂ ਸਾਰੇ ਲੈਕਚਰ ਲਏ ਹੋਏ ਨੇ। ਉਸ ਤੋਂ ਬਾਅਦ ਪਬਲਿਕ ਅਕਾਊਂਟਸ ਕਮੇਟੀ ਬਾਰੇ ਸਟੇਟਮੈਂਟ ਬੇਸਡ ਕੁਐਸਚਨ ਆਏ ਸੀ। ਸੋ ਇਹ ਦੇਖ ਸਕਦੇ ਹੋ ਕਿ ਕਿੰਨੀ ਡੀਟੇਲ ਦੇ ਵਿੱਚ ਮੈਂ ਹਰ ਚੀਜ਼ ਕਵਰ ਕੀਤੀ ਹੋਈ ਹੈ। ਦੈਨ ਇਹ ਦੇਖੋ, ਲਾਰਡ ਡਲਹੌਜ਼ੀ, ਲਾਰਡ ਕੈਨਿੰਗ, ਜਿੰਨੇ ਵਾਈਸ
ਵਾਇਸਰਾਏ ਗਵਰਨਰ ਜਨਰਲ ਸੀ। ਇਸੇ ਟਾਈਪ ਦੇ ਤੁਹਾਨੂੰ ਉੱਥੇ ਪੇਪਰ 'ਚ ਕੁਐਸਚਨ ਆਏ ਹੋਏ ਨੇ ਸਿੱਧਾ ਸਿੱਧਾ ਇਹਨਾਂ ਦੀ ਸਿਗਨੀਫੀਕੈਂਸ ਬਾਰੇ ਕਿ ਕਿਹਨੇ ਕਿਹੜਾ ਮੇਨ ਕੰਮ ਕੀਤਾ। ਨੋਟਸ ਵਿੱਚ ਵੀ ਤੁਹਾਨੂੰ ਟਾਈਪ ਉਹੀ ਮਿਲ ਰਹੀ ਹੈ। ਦੈਨ ਗਵਰਨਮੈਂਟ ਆਫ ਇੰਡੀਆ ਐਕਟ 1935 ਬਾਰੇ ਕੁਐਸਚਨ ਆਇਆ। ਸਟੇਟਮੈਂਟ ਹੈਦਰਾਬਾਦ ਡੈਕਲੇਰੇਸ਼ਨ ਡਾਇਰੈਕਟਲੀ ਕੁਐਸਚਨ ਆਇਆ ਹੋਇਆ ਹੈ। ਹੁਣ ਜਿਹੜੀ ਇਹ PDF ਸੀਗੀ ਇਹ ਮੈਂ ਐਡੀਸ਼ਨਲ ਅਲੱਗ ਤੋਂ ਕੰਪਲੀਮੈਂਟਰੀ PDF ਦੇ ਤੌਰ ਤੇ ਐਡ ਕੀਤੀ ਸੀ ਤੇ ਮੈਂ ਸਪੈਸ਼ਲੀ ਨਾਲ ਮੈਂਸ਼ਨ ਕੀਤਾ ਸੀ ਕਿ PPSC ਐਗਜ਼ਾਮਸ ਦੇ ਲਈ ਇਹ ਜਿਹੜੀ 97 ਪੇजेस ਦੇ ਅਰਾਊਂਡ ਮੈਂ ਕਰੰਟ ਅਫੇਅਰਸ ਦੀ ਕੰਪਾਈਲੇਸ਼ਨ ਐਡ ਕੀਤੀ ਸੀ, ਇਹਦਾ ਤੁਸੀਂ ਕੋਈ ਕੁਐਸਚਨ ਮਿਸ ਨਹੀਂ ਕਰਨਾ। ਸੋ ਇਹ ਹੈਦਰਾਬਾਦ ਡੈਕਲੇਰੇਸ਼ਨ ਵਾਲਾ ਡਾਇਰੈਕਟਲੀ ਉਸੇ PDF ਚੋਂ ਕੁਐਸਚਨ ਆਇਆ। ਦੈਨ GST ਦੀ ਅਲੱਗ-ਅਲੱਗ ਜਗ੍ਹਾ ਤੇ ਗੱਲ ਹੋਈ ਹੈ। GST ਬਹੁਤ ਵਾਰੀ ਆਪਾਂ ਡਿਸਕਸ ਕਰ ਲਿਆ ਹੈ। ਦੈਨ ਐਪਰੋਪ੍ਰੀਏਸ਼ਨ ਬਿੱਲ ਹੋ ਗਿਆ। ਪਗੜੀ ਸੰਭਾਲ ਜੱਟਾ ਇਹ ਅਗੇਨ ਇਹ ਜਿਹੜਾ ਕੁਐਸਚਨ ਹੈ ਹੂ ਕੰਪੋਜ਼ ਦਾ Song ਪਗੜੀ ਸੰਭਾਲ ਜੱਟਾ ਬਾਂਕੇ ਦਿਆਲ, ਇਹ ਜਿਹੜੇ ਮੈਂ ਤੁਹਾਨੂੰ ਇੱਕ ਰਿਵੀਜ਼ਨ ਦੇ ਤੌਰ ਤੇ ਪੰਜਾਬ ਜੀਕੇ ਦੇ ਕੁਝ ਕੁਐਸਚਨਸ ਕਰਵਾਏ ਸੀ ਸੋ ਉਹਨਾਂ ਚੋਂ ਆਇਆ ਹੋਇਆ। ਅਗੇਨ ਚਾਈਨੀਜ਼ ਟਰੈਵਲਰ ਫਾਰ ਹੈਂਡ ਵਿਜ਼ਿਟਡ ਇੰਡੀਆ ਜਿਹੜੀ MCQ ਐਂਸ਼ੀਅੰਟ ਇੰਡੀਆ ਦੀ PDF ਪ੍ਰੋਵਾਈਡ ਕਰਵਾਈ ਹੋਈ ਹੈ 500 MCQs ਨੇ ਉਹਦੇ ਵਿੱਚੋਂ ਡਾਇਰੈਕਟ ਕੁਐਸਚਨ ਆਇਆ। ਉਸ ਤੋਂ ਬਾਅਦ ਸੁਪਰ ਕੰਪਿਊਟਰ ਦੇ ਵਿੱਚ ਫਲॉप ਕੀ ਹੁੰਦਾ। ਜੇ ਤੁਸੀਂ ਡੀਟੇਲਡ ਕਰੰਟ ਅਫੇਅਰ ਕੀਤੇ ਹੋਏ ਨੇ ਸੁਪਰ ਕੰਪਿਊਟਰ ਦੀ ਗੱਲ ਬਹੁਤ ਵਾਰੀ ਹੋ ਚੁੱਕੀ ਹੈ। ਤੁਹਾਨੂੰ ਸਟੇਟਮੈਂਟਸ ਦੇ ਵਿੱਚ ਇਹਦੇ ਫੀਚਰਸ ਬਾਰੇ ਪੁੱਛਿਆ ਗਿਆ ਸੀ ਸੋ ਉਹ ਤੁਹਾਡੇ ਬਿਲਕੁਲ ਗਲਤ ਨਹੀਂ ਹੋਣੇ ਚਾਹੀਦੇ ਜੇ ਤੁਸੀਂ ਡੀਟੇਲਡ ਕਰੰਟ ਅਫੇਅਰ ਪੜ੍ਹ ਕੇ ਗਏ ਸੀ। ਉਸ ਤੋਂ ਬਾਅਦ ਅਗਲਾ ਕੁਐਸਚਨ ਅਗੇਨ ਕਰੰਟ ਅਫੇਅਰ MCQ ਕੰਪਾਈਲੇਸ਼ਨ ਚੋਂ ਸਿੱਧਾ ਡਾਇਰੈਕਟਲੀ ਆਇਆ। ਸੋ ਕਿਹੜਾ ਮੋਬਾਈਲ ਜਾਇੰਟ ਸਰਪਾਸ ਜਿਹਨੇ ਕੀਤਾ ਇੰਟੈਲ ਨੂੰ, ਉਹ ਹੈ ਸੈਮਸੰਗ। ਵਰਲਡਸ ਬੈਸਟ 에ਅਰਪੋਰਟ 2022 ਕਤਰਸ ਹਮਾਦ ਇੰਟਰਨੈਸ਼ਨਲ 에ਅਰਪੋਰਟ ਡਾਇਰੈਕਟਲੀ ਕਰੰਟ ਅਫੇਅਰ ਦੇ ਨੋਟਸ ਚੋਂ ਕੁਐਸਚਨ ਆਏ ਹੋਏ ਨੇ। ਉਸ ਤੋਂ ਬਾਅਦ ਰਾਈਟ ਟੂ ਹੈਲਦੀ ਇਨਵਾਇਰਨਮੈਂਟ ਇਹਦੇ ਬਾਰੇ ਸਟੇਟਮੈਂਟ ਬੇਸਡ ਕੁਐਸਚਨ ਆਇਆ ਜਿਹੜਾ ਰੀਸੈਂਟਲੀ ਅਗਸਤ ਮਹੀਨੇ ਦੀ ਮੈਂ PDF ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਜੇ ਤੁਸੀਂ ਉਹਦੇ ਇਨਵਾਇਰਨਮੈਂਟ ਵਾਲੇ ਕਰੰਟ ਅਫੇਅਰ ਦੇਖੇ ਹੋਣਗੇ ਤਾਂ ਇਨਵਾਇਰਨਮੈਂਟ ਹੈਡ ਦਾ ਪਹਿਲਾ ਹੀ ਕਰੰਟ ਅਫੇਅਰ ਇਹ ਸੀ। ਉਸ ਤੋਂ ਬਾਅਦ ਵਰਲਡ ਬੈਂਕ ਗਰੁੱਪ ਇਹਦੇ ਕਿਹੜੇ ਇੰਪੋਰਟੈਂਟ ਪਾਰਟਸ ਨੇ ਕਿਹੜਾ ਦਾ ਪਾਰਟ ਨਹੀਂ ਹੈ। IMF ਸੀ ਆਨਸਰ ਸੋ ਬਹੁਤ ਹੀ ਜ਼ਿਆਦਾ ਈਜ਼ੀ ਸੀ। ਇਹ ਸਾਰਾ ਕੁਝ ਮੈਂ ਆਲਰੇਡੀ ਕਵਰ ਕਰਵਾਇਆ ਹੋਇਆ ਤੇ ਜਿਹੜਾ YouTube ਦਾ ਲੈਕਚਰ ਹੈ ਇਹਦੇ ਵਿੱਚ ਸਪੈਸ਼ਲੀ ਮੈਂ ਮੈਂਸ਼ਨ ਕੀਤਾ ਹੋਇਆ ਹੈ ਕਿ ਇਹ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦੇ ਲਈ ਇੰਪੋਰਟੈਂਟ ਹੈ। ਉਸ ਤੋਂ ਬਾਅਦ YouTube ਤੇ ਹੀ ਇੱਕ ਹੋਰ ਲੈਕਚਰ ਦੇ ਵਿੱਚੋਂ ਜਿਹੜੇ ਵਿੱਚ ਮੈਂ ਤੁਹਾਨੂੰ ਰਿਵੀਜ਼ਨ ਕਰਵਾਈ ਸੀ ਸਾਇੰਸ ਦੀ ਡਾਇਰੈਕਟ ਕੁਐਸਚਨ ਆਇਆ ਹੋਇਆ ਹੈ LPG ਬਾਰੇ। ਸੋ ਪ੍ਰੋਪੇਨ ਤੇ ਬੁਟੇਨ ਆਪਸ਼ਨ ਸੀ। ਸੋ ਇਹ ਸੀ ਐਨਾਲਿਸਿਸ ਤੇ ਇਹ ਵੀ ਸਿਰਫ ਜਿਹੜੇ ਮੈਂ 50+ ਆਊਟ ਆਫ 80 ਕੁਐਸਚਨ ਕਹਿ ਰਹੀ ਹਾਂ ਇਹ ਡਾਇਰੈਕਟ ਜਿਹੜੇ ਮੈਨੂੰ ਈਜ਼ੀਲੀ ਸਿੱਧਾ ਨੋਟਸ ਦੇ ਵਿੱਚੋਂ MCQ ਫਾਈਲਸ ਦੇ ਵਿੱਚੋਂ ਮਿਲੇ ਨੇ ਉਹ ਨੇ। ਹਜੇ ਮੈਂ ਮੌਕ ਟੈਸਟ ਨੂੰ ਐਨਾਲਾਈਜ਼ ਨਹੀਂ ਕੀਤਾ, ਕੋਈ ਹੋਰ ਜਿਹੜਾ ਕੰਪਲੀਮੈਂਟਰੀ ਮਟੀਰੀਅਲ ਦਿੱਤਾ ਹੈ ਉਹਨੂੰ ਐਨਾਲਾਈਜ਼ ਨਹੀਂ ਕੀਤਾ। ਸੋ ਆਈ ਐਮ ਸ਼ੋਰ ਕਿ ਅਰਾਊਂਡ 55 to 60 ਆਊਟ ਆਫ 80 ਕੁਐਸਚਨਸ ਡਾਇਰੈਕਟਲੀ ਤੁਹਾਨੂੰ ਕਰਵਾਏ ਹੋਏ ਹੀ ਆਏ ਨੇ ਪੇਪਰ 'ਚ। ਹੁਣ ਮੈਂ ਇੱਕ ਹੋਰ ਚੀਜ਼ ਦੇਖਣਾ ਚਾਹੁੰਦੀ ਹਾਂ। ਜਦੋਂ ਮੈਂ PPSC ਕੋਆਪਰੇਟਿਵ ਇੰਸਪੈਕਟਰ ਦਾ ਕੁਐਸਚਨ ਪੇਪਰ ਦੇਖਿਆ ਤਾਂ ਕੁਐਸਚਨ ਪੇਪਰ ਨੂੰ ਦੇਖ ਕੇ ਮੈਨੂੰ ਇੱਕ ਚੀਜ਼ ਦੀ ਬਹੁਤ ਹੀ ਜ਼ਿਆਦਾ ਸੈਟੀਸਫੈਕਸ਼ਨ ਹੋਈ ਕਿ ਜੋ ਮੈਂ ਮੌਕ ਟੈਸਟ ਤਿਆਰ ਕੀਤੇ ਸੀ ਬਿਲਕੁਲ ਐਜ਼ ਇਟ ਇਜ਼ 100% ਸੇਮ ਪੈਟਰਨ ਉੱਤੇ ਸੀ। ਸੋ ਜੇ ਕਿਸੇ ਸਟੂਡੈਂਟ ਨੇ ਮੇਰੇ ਮੌਕ ਟੈਸਟ ਨੂੰ ਅਟੈਂਪਟ ਕੀਤਾ ਸੀ ਤਾਂ ਆਈ ਐਮ ਸ਼ੋਰ ਉਹਨੂੰ ਪੇਪਰ ਦੇ ਵਿੱਚ ਬਿਲਕੁਲ ਵੀ ਡਰ ਨਹੀਂ ਲੱਗਿਆ ਹੋਊਗਾ। ਇਹੀ ਲੱਗਿਆ ਹੋਊਗਾ ਕਿ ਜਿਵੇਂ ਮੇਰੇ ਮੌਕ ਟੈਸਟ ਦਿੱਤੇ ਸੀ ਉਵੇਂ ਉਹ ਪੇਪਰ ਦੇ ਰਿਹਾ। ਸੋ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੀ ਆ ਇੱਕ ਮੌਕ ਟੈਸਟ ਸੈਂਪਲ ਦੇ ਤੌਰ ਤੇ। ਸੋ ਇਹ ਤੁਸੀਂ ਦੇਖ ਸਕਦੇ ਹੋ ਕੁਐਸਚਨਸ ਨੇ। ਕੁਆਂਟੀਟੇਟਿਵ ਕ੍ਰੈਡਿਟ ਕੰਟਰੋਲ CRR ਬਾਰੇ ਕੁਐਸਚਨ ਹੈ। ਦੈਨ ਇੰਟਰਨੈਸ਼ਨਲ ਲਿਕੁਇਡਿਟੀ ਜਿਵੇਂ ਤੁਹਾਨੂੰ ਵਰਲਡ ਬੈਂਕ ਦਾ ਕੁਐਸਚਨ ਆ ਗਿਆ। ਐਗਰੀਕਲਚਰ ਬਾਰੇ ਦੈਨ ਵਿਚ ਸਿੰਪਲ ਨੇ ਵਿਚ ਸਟੇਟਮੈਂਟ ਬੇਸਡ ਨੇ। ਜਿਵੇਂ ਤੁਹਾਨੂੰ ਕੱਲ ਪੇਪਰ ਆਇਆ ਸੇਮ ਉਸੇ ਟਾਈਪ ਦੇ ਮੈਂ ਮੌਕ ਟੈਸਟ ਤਿਆਰ ਕੀਤੇ ਹੋਏ ਨੇ। ਸੋ ਇਹ ਦੇਖੋ GST ਬਾਰੇ ਇਹ ਸਿਰਫ ਇੱਕ ਕੁਐਸਚਨ ਨਹੀਂ ਹੈ, ਇਹ ਇੱਕ ਮੌਕ ਟੈਸਟ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ GST ਹਰ ਮੌਕ ਟੈਸਟ ਵਿੱਚ ਤੁਹਾਨੂੰ ਇਸ ਟਾਈਪ ਦੇ ਕੁਐਸਚਨ ਮਿਲਣਗੇ। ਕਿਤੇ ਨੀਤੀ ਆਯੋਗ ਦੇ ਬਾਰੇ ਸਟੇਟਮੈਂਟ ਬੇਸਡ, ਕਿਸੇ ਵਿੱਚ ਹੋਰ GST ਬਾਰੇ। ਸੋ GST ਬਾਰੇ ਹੀ ਤੁਹਾਨੂੰ ਪੇਪਰ ਦੇ ਵਿੱਚ ਇਸੇ ਟਾਈਪ ਦਾ ਕੁਐਸਚਨ ਆਇਆ ਸੀ। ਦੈਨ ਜਿਵੇਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਐਕਟ 1935 ਆ ਗਿਆ ਉਸੇ ਤਰ੍ਹਾਂ ਇੱਕ ਐਕਟ ਦੇ ਵਿੱਚੋਂ ਮੈਂ ਤੁਹਾਨੂੰ ਇਸ ਟਾਈਪ ਦੇ ਸਟੇਟਮੈਂਟ ਬੇਸਡ ਕੁਐਸਚਨ ਪ੍ਰੋਵਾਈਡ ਕਰਵਾਏ ਹੋਏ ਨੇ। ਚਾਰਟਰ ਐਕਟ 1833 ਦੈਨ ਇੰਡੀਅਨ ਕਾਉਂਸਲਸ ਐਕਟ 1909।
सो हुण ਜਿਹੜੇ स्टूडेंट्स ने ਇਹ ਮੌਕ ਟੈਸਟ ਕੀਤੇ ਤੇ ਫਿਰ ਉਹਨਾਂ ਨੇ ਰਿਵਾਈਜ਼ ਕੀਤਾ ਹੋਊਗਾ ਕਿ ਜੇ ਇੰਡੀਅਨ ਕਾਉਂਸਲ ਐਕਟ 1909 ਪੁੱਛਿਆ ਜਾ ਸਕਦਾ ਹੈ ਇਸ ਟਾਈਪ ਨਾਲ ਤਾਂ ਪੇਪਰ 'ਚ ਸਾਨੂੰ 1935 ਦਾ ਵੀ ਆ ਸਕਦਾ ਹੈ। ਉਸ ਤੋਂ ਬਾਅਦ ਪੋਲਿਟੀ ਦੇ ਕੁਐਸਚਨਸ ਨੇ। ਸੋ ਇਹ ਤੁਸੀਂ ਦੇਖ ਸਕਦੇ ਹੋ ਕੰਪਟਰੋਲਰ ਆਡੀਟਰ ਜਨਰਲ ਬਾਰੇ ਪੂਰੇ ਜਿਹੜੇ ਸਟੇਟਮੈਂਟ ਬੇਸਡ ਕੁਐਸਚਨ ਮੈਂ ਐਡ ਕੀਤੇ ਹੋਏ ਨੇ। ਸਾਇੰਸ ਦੇ ਇਸੇ ਟਾਈਪ ਦੇ ਕੁਐਸਚਨਸ, ਹੈਲਦੀ ਫੂਡ ਬਾਰੇ, ਇੱਕ ਅੱਧਾ ਡਿਸੀਜ਼ ਬਾਰੇ ਕੁਐਸਚਨ, ਪੋਲਿਊਟੈਂਟ ਡਿਸੀਜ਼ ਬਾਰੇ, ਇੱਕ ਫਿਜ਼ਿਕਸ ਦਾ ਕੁਐਸਚਨ ਮੈਂ ਐਡ ਕੀਤਾ ਹੈ। ਦੈਨ ਇੱਕ ਦੋ ਸਿਰਫ ਮੈਂ ਕੈਮਿਸਟਰੀ ਦੇ ਕੁਐਸਚਨ ਐਡ ਕੀਤੇ ਨੇ। ਉਸ ਤੋਂ ਬਾਅਦ ਪੇਪਰ ਜਿਵੇਂ ਤੁਹਾਨੂੰ ਇੱਕ ਅੱਧੀ ਇਨਵਾਇਰਨਮੈਂਟ ਬੇਸਡ ਕੋਈ ਕਨਵੈਨਸ਼ਨ ਬਾਰੇ ਡੀਟੇਲ ਆਈ ਹੋਈ ਹੈ, ਸੋ ਉਸ ਟਾਈਪ ਦੀ ਸਟੇਟਮੈਂਟ ਬੇਸਡ ਕੁਐਸਚਨ ਉਰੇ ਮੈਂ ਐਡ ਕੀਤਾ ਹੋਇਆ। ਦੈਨ ਕੁਝ ਡਾਇਰੈਕਟ ਕਰੰਟ ਅਫੇਅਰ ਦੇ ਕੁਐਸਚਨਸ ਨੇ। ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਸਕੀਮ ਬਾਰੇ ਸਟੇਟਮੈਂਟ ਬੇਸਡ ਕੁਐਸਚਨ ਹੈ। ਜਿਵੇਂ ਹੁਣ ਪੇਪਰਸ ਤੁਹਾਨੂੰ ਸੈਲਫ ਹੈਲਪ ਗਰੁੱਪ ਆ ਗਿਆ, ਸੋਵਰਨ 골ਡ ਬੌਂਡ ਉਰੇ ਮੈਂ ਐਡ ਕੀਤਾ ਹੋਇਆ ਹੈ। ਸੋ ਇਹ ਜਿਹੜੇ ਇਕੋਨਮੀ ਦੇ ਸੋਸ਼ਲ ਡਿਵੈਲਪਮੈਂਟ ਸਬਜੈਕਟ ਨਾਲ ਰਿਲੇਟਿਡ ਟੌਪਿਕਸ ਨੇ, ਸੋ ਉਹ ਸਾਰੇ ਵੀ ਆਲਰੇਡੀ ਮੈਂ ਮੌਕ ਟੈਸਟ ਵਿੱਚ ਐਡ ਕੀਤੇ ਸੀ। ਹੁਣ ਪੇਪਰ ਜਿਵੇਂ ਤੁਹਾਨੂੰ ਮਿਲਟਰੀ ਐਕਸਰਸਾਈਜ਼ ਬਾਰੇ ਪੁੱਛਿਆ ਗਿਆ ਕਿ ਕਿਹੜੇ ਕਿਹੜੇ ਦੇਸ਼ਾਂ ਨੇ ਪਾਰਟਿਸਿਪੇਟ ਕੀਤਾ, ਸੇਮ ਉਸੇ ਟਾਈਪ ਦਾ ਮੈਂ ਮੌਕ ਟੈਸਟ ਵਿੱਚ ਐਡ ਕੀਤਾ ਹੋਇਆ ਸੀ। ਇਹ ਸੀ ਡਰੈਗਨ 22 ਐਕਸਰਸਾਈਜ਼ ਦੇ ਕਿਹੜੇ ਕਿਹੜੇ ਦੇਸ਼ ਨੇ। ਸੋ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਵਰਲਡ ਬੈਂਕ ਬਾਰੇ ਕੁਐਸਚਨ ਆਇਆ ਸੀ, ਉਸੇ ਤਰ੍ਹਾਂ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਚੋਂ ਕੁਐਸਚਨ ਐਡ ਕੀਤਾ। ਦੈਨ ਹੜੱਪਨ ਸਿਵਲਾਈਜੇਸ਼ਨ, ਐਂਸ਼ੀਅੰਟ ਇੰਡੀਆ ਦਾ ਕੁਐਸਚਨ। then a Portuguese, ਸਾਈਮਨ ਕਮਿਸ਼ਨ, ਇਹ ਈਅਰਸ ਨਾਲ ਰਿਲੇਟਡ, ਏਕਾ ਮੂਵਮੈਂਟ। ਹੁਣ ਪੇਪਰਸ ਤੁਹਾਨੂੰ ਸਾਂਥਲ ਰਿਬੀਲੀਅਨ ਆ ਗਿਆ। ਸੋ ਉਹ ਸਾਰੇ ਇਸੇ ਟਾਈਪ ਦੇ ਹੀ ਸਿਮਿਲਰ, ਬਿਲਕੁਲ ਹੀ ਸਿਮਿਲਰ ਪੈਟਰਨ ਉੱਤੇ ਕੁਐਸਚਨਸ ਆਏ ਨੇ ਜੋ ਮੌਕ ਟੈਸਟ ਮੈਂ ਸਟੂਡੈਂਟਸ ਨੂੰ ਪ੍ਰੋਵਾਈਡ ਕਰਵਾਏ ਸੀ। ਸੋ ਇਹ ਸਾਰੇ ਪੰਜਾਬ ਜੀਕੇ ਦੇ ਕੁਐਸਚਨ ਨੇ। ਸੋ ਇੱਕ ਅੱਧਾ ਜਿਵੇਂ ਤੁਹਾਨੂੰ ਕ੍ਰੌਪ ਬਾਰੇ ਕੁਐਸਚਨ ਆਇਆ, ਸੇਮ ਉਸੇ ਟਾਈਪ ਦਾ ਮੈਂ ਮੌਕ ਟੈਸਟ ਵਿੱਚ ਐਡ ਕੀਤਾ ਸੀ। ਸੋ ਇਹ 80 ਕੁਐਸਚਨ ਤਾਂ ਜੀਐਸ ਦੇ ਸੀ ਜਿਹੜੇ ਬਿਲਕੁਲ ਸੇਮ ਸੀ। ਹੁਣ ਜੇ ਆਪਾਂ ਗੱਲ ਕਰੀਏ 40 ਕੁਐਸਚਨਸ ਵਾਲੇ ਪਾਰਟ ਦੀ, ਤਾਂ ਉਹ ਵੀ ਬਿਲਕੁਲ ਸੇਮ ਲੈਵਲ ਆਇਆ ਜੋ ਮੈਂ ਮੌਕ ਟੈਸਟ ਵਿੱਚ ਪ੍ਰੋਵਾਈਡ ਕੀਤਾ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਰੀਜ਼ਨਿੰਗ ਦਾ ਕਿਵੇਂ ਇੱਕ ਕੁਆਂਟ ਦੇ ਨਾਲ ਬਲੈਂਡ ਕਰਕੇ ਮੈਂ ਉਰੇ ਪ੍ਰੋਵਾਈਡ ਕਰਵਾਇਆ ਹੋਇਆ। ਸੇਮ ਉਸੇ ਟਾਈਪ ਦਾ ਹੀ ਤੁਹਾਨੂੰ ਪੇਪਰ ਦੇਖਣ ਨੂੰ ਮਿਲੂਗਾ ਜੋ ਰੀਅਲ ਵਾਲਾ ਪੇਪਰ ਆਇਆ ਪੀਪੀਐਸਸੀ ਦਾ। ਸੋ ਇਸ ਟਾਈਪ ਦਾ ਪਹਿਲਾ ਹੀ ਕੁਐਸਚਨ ਸੀਗਾ ਏ ਸੈਟ ਦੇ ਅੰਦਰ, ਦੈਨ ਪਰਸੈਂਟੇਜ ਵਾਲਾ। ਸੋ ਇਸ ਟਾਈਪ ਦਾ ਕੁਐਸਚਨ ਆਇਆ ਹੋਇਆ ਜਿਹੜਾ 3rd 4th ਹੀ ਕੁਐਸਚਨ ਹੈ। ਸੋ ਬਿਲਕੁਲ ਜਿਵੇਂ ਜਿਵੇਂ ਮੈਂ ਮੌਕ ਟੈਸਟ ਪ੍ਰਿਪੇਅਰ ਕੀਤਾ ਹੋਇਆ ਐਗਜ਼ੈਕਟਲੀ ਪੈਟਰਨ ਉੱਤੇ ਪੇਪਰ 'ਚ ਕੁਐਸਚਨਸ ਆਏ ਨੇ। ਸੇਮ ਇਸੇ ਟਾਈਪ ਦਾ ਗ੍ਰਾਫ ਆਇਆ ਹੋਇਆ। ਦੈਨ ਇਸ ਟਾਈਪ ਦੇ ਵੀ ਤੁਹਾਨੂੰ ਉੱਥੇ ਕੁਐਸਚਨ ਆਏ ਹੋਏ ਨੇ। ਸੋ ਇਹ ਤੁਸੀਂ ਦੇਖ ਸਕਦੇ ਹੋ ਕੁਐਸਚਨ ਪੇਪਰ ਵੀ। ਮੈਂ ਤੁਹਾਨੂੰ ਇੱਕ ਵਾਰੀ ਰੀਜ਼ਨਿੰਗ ਵਾਲੇ ਕੁਐਸਚਨ ਜ਼ਰੂਰ ਦਿਖਾ ਦਿੰਦੀ ਹਾਂ। ਸੋ ਇਹ ਪਾਈ ਚਾਰਟ, ਇਹ ਦੇਖੋ ਤੁਸੀਂ ਲਾਈਨ ਗ੍ਰਾਫ ਆਇਆ ਹੋਇਆ। ਸੋ ਐਗਜ਼ੈਕਟਲੀ ਸਿਮਿਲਰ ਇਹੀ ਕੁਐਸਚਨ ਸੇਮ ਮੈਂ ਪ੍ਰੋਵਾਈਡ ਕਰਵਾਏ ਹੋਏ ਨੇ ਜਿਹੜੇ ਮੌਕ ਟੈਸਟ ਦੇ ਅੰਦਰ। ਸੋ ਨਾਓ ਵੀ ਆਰ ਡਨ ਵਿਦ ਆਰ ਐਨਾਲਿਸਿਸ। ਹੁਣ ਜਿਹੜੇ ਸਟੂਡੈਂਟ ਸਬ ਇੰਸਪੈਕਟਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ ਐਕਸਾਈਜ਼ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਪੀਪੀਐਸਸੀ ਸੀਨੀਅਰ ਅਸਿਸਟੈਂਟ ਦੀ ਕਿਸੇ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਲਈ ਕੋਰਸ ਪੂਰੇ ਦੇ ਪੂਰੇ ਅਵੇਲੇਬਲ ਨੇ, ਵੀਡੀਓ ਕੋਰਸ ਅਵੇਲੇਬਲ ਨੇ। ਬਾਕੀ ਮੈਂ ਜਿਹੜਾ ਸਬ ਇੰਸਪੈਕਟਰ ਦਾ ਕੋਰਸ ਹੈ ਉਹਦੇ ਬਾਰੇ ਡੀਟੇਲ ਇੱਕ ਅੱਧੇ ਦਿਨ ਦੇ ਵਿੱਚ ਦੁਬਾਰਾ ਤੋਂ ਤੁਹਾਡੇ ਨਾਲ ਸ਼ੇਅਰ ਕਰੂੰਗੀ, ਸੋ ਦੈਟ ਸਟੂਡੈਂਟਸ ਨੂੰ ਦੁਬਾਰਾ ਤੋਂ ਕਲੀਅਰ ਹੋ ਜਾਵੇ। ਕਾਫੀ ਸਾਰੇ ਤੁਹਾਡੇ ਡਾਊਟਸ ਮੇਰੇ ਕੋਲ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਨੇ ਕਿ ਜਿਵੇਂ ਆਲਰੇਡੀ ਜਿਹੜੇ ਲੈਕਚਰ ਹੋ ਚੁੱਕੇ ਕੋਰਸ ਵਿੱਚ ਉਹ ਸਾਨੂੰ ਕਿਵੇਂ ਮਿਲਣਗੇ। ਸੋ ਸਭ ਕੁਝ ਮੈਂ ਤੁਹਾਨੂੰ ਦੱਸੂੰਗੀ, ਇੱਕ ਅੱਧੇ ਦਿਨ ਦੇ ਵਿੱਚ ਤੁਹਾਨੂੰ ਵੀਡੀਓ ਲੈਕਚਰ ਮਿਲ ਜੂਗਾ YouTube ਉੱਤੇ। ਬਾਕੀ
ਜੇ ਤੁਸੀਂ ਸਬ ਇੰਸਪੈਕਟਰ ਦੇ ਨੋਟਸ ਬਾਏ ਕਰਨੇ ਨੇ ਤਾਂ ਕੰਪਲੀਟ ਸਿਲੇਬਸ ਦੇ ਨੋਟਸ ਅਵੇਲੇਬਲ ਨੇ ₹1500 ਪ੍ਰਾਈਸ ਹੈ ਤੇ ਬਿਲਕੁਲ ਐਡਵਾਂਸ ਲੈਵਲ ਦੇ। ਪਿਛਲੇ ਸਾਲ ਜੋ ਕੰਪਿਊਟਰ ਦੇ ਕੁਐਸਚਨਸ ਵਿੱਚ ਸਟੂਡੈਂਟਸ ਨੂੰ ਦਿੱਕਤ ਆਈ, ਆਰਟ ਐਂਡ ਕਲਚਰ ਦੇ ਕੁਐਸਚਨ ਵਿੱਚ ਦਿੱਕਤ ਆਈ, ਹਰ ਇੱਕ ਚੀਜ਼ ਨੂੰ ਮੈਂ ਸੋਲਵ ਕਰਕੇ ਐਡਵਾਂਸ ਲੈਵਲ ਦੇ ਅਪਡੇਟਡ ਨੋਟਸ ਤਿਆਰ ਕੀਤੇ ਹੋਏ ਨੇ। ਉਸ ਤੋਂ ਬਾਅਦ ਜੇ ਕੰਪਲੀਟ ਤੁਸੀਂ ਕੋਰਸ ਲੈਣਾ ਪ੍ਰਾਈਸ ਹੈ ₹3499 ਤੇ ਇਹਦੇ ਵਿੱਚ ਤੁਹਾਨੂੰ ਵੀਡੀਓ ਲੈਕਚਰ, ਨੋਟਸ ਪਲੱਸ ਕੁਝ ਕੰਪਲੀਮੈਂਟਰੀ MCQs ਮਿਲਦੇ ਨੇ ਪ੍ਰੈਕਟਿਸ ਦੇ ਲਈ। ਟਾਈਮ ਟੂ ਟਾਈਮ ਹੈ ਜਿਹੜਾ ਪੇਡ ਗਰੁੱਪ ਹੈ ਕਿਉਂਕਿ ਕੋਰਸ ਆਲਰੇਡੀ ਚੱਲ ਰਿਹਾ ਹੈ, ਸੋ ਉਹਦੇ ਵਿੱਚ ਮੈਂ ਟੈਸਟ ਵਗੈਰਾ ਵੀ ਸ਼ੇਅਰ ਕਰਦੀ ਹਾਂ ਤੇ 15 ਦਿਨ ਪਹਿਲਾਂ ਪੇਪਰ ਤੋਂ ਤੁਹਾਨੂੰ ਮੌਕ ਟੈਸਟ ਮਿਲ ਜਾਣਗੇ। ਬਾਕੀ ਹੋਰ ਕਾਫੀ ਅਲੱਗ-ਅਲੱਗ ਐਗਜ਼ਾਮਸ ਦੇ ਲਈ ਮੌਕ ਟੈਸਟ ਅਵੇਲੇਬਲ ਨੇ ਤੇ ਜਿਹੜਾ ਸੀਨੀਅਰ ਅਸਿਸਟੈਂਟ ਅਕਾਊਂਟਸ ਤੇ ਜੂਨੀਅਰ ਆਡੀਟਰ ਦਾ ਐਗਜ਼ਾਮ ਹੈ ਉਹਦੇ ਲਈ ਪਾਰਟ A ਦੇ ਅਕਾਊਂਟਿੰਗ ਦੇ ਕੰਪਲੀਟ PDF ਫਾਰਮ ਦੇ ਨੋਟਸ ਵੀ ਅਵੇਲੇਬਲ ਨੇ, ਸੋ ਤੁਸੀਂ ਉਹਨਾਂ ਨੂੰ ਬਾਏ ਕਰ ਸਕਦੇ ਹੋ। ਥਿਊਰੀ ਦੇ ਨਾਲ-ਨਾਲ 500 MCQs ਨੇ ਪ੍ਰੈਕਟਿਸ ਦੇ ਲਈ। PSSB ਦਾ ਕੰਬਾਈਨਡ ਕੋਰਸ ਹੈ, ਸੋ ਐਕਸਾਈਜ਼ ਦੇ ਲਈ ਸਪੈਸ਼ਲੀ ਉਹਦੇ ਵਿੱਚ ਕੁਝ ਅਲੱਗ ਤੋਂ ਮੌਕ ਟੈਸਟ ਵੀ ਮੈਂ ਐਡ ਕੀਤੇ ਹੋਏ ਨੇ। ਬਾਕੀ ਜੇ ਤੁਹਾਡੀ ਕੋਈ ਵੀ ਹੋਰ ਕੁਐਰੀ ਹੈ ਜਾਂ ਤੁਸੀਂ ਕੋਈ ਹੋਰ ਡੀਟੇਲ ਜਾਣਨੀ ਹੈ ਤਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਕਦੇ ਵੀ on legalvictor02896@gmail.com. So that's all for today. Thank you and good luck.